ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਕੁੱਲ ਵਿੱਚ ਇੱਕ ਜੱਟ ਸੀ ਜਿਸ ਦੀ ਸ਼ੁਭ ਗੋਤ ਭੁੱਲਰੀਏ ਸੀ। ਆਦਮ ਉਸ ਦਾ ਨਾਂ ਸੀ ਤੇ ਉਸ ਦੇ ਘਰ ਕੋਈ ਸੰਤਾਨ ਨਹੀਂ ਸੀ ਪੈਦਾ ਹੋਈ। ਉਸ ਵੰਸ਼ ਵਿੱਚ ਵੱਡੇ ਭਾਗਾਂ ਵਾਲਾ ਖੇਤੀ ਦੀ ਕਾਰ ਕਰਦਾ ਸੀ। ਹਰ ਵੇਲੇ ਪੁੱਤਰ ਦੇ ਪੈਦਾ ਹੋਣ ਬਾਰੇ ਚਿੱਤ ਵਿੱਚ ਸੋਚਦਾ ਰਹਿੰਦਾ ਸੀ ਅਤੇ ਅਜਿਹੀ ਤੀਬਰ ਚਿੰਤਾ ਵਿੱਚ ਬਹੁਤ ਸਮਾਂ ਬੀਤ ਗਿਆ। ਇਸ ਤਰ੍ਹਾਂ ਕਈ ਸਾਲ ਬੀਤ ਗਏ। ਸੁੱਖ ਦੇਣ ਵਾਲੀ ਸੰਤਾਨ ਪੈਦਾ ਨਾ ਹੋਈ। ਸਭ ਪੀਰਾਂ ਫਕੀਰਾਂ ਦੀ ਬੜੇ ਪਿਆਰ ਨਾਲ ਸੇਵਾ ਕਰਦਾ ਰਿਹਾ। ਬੜੇ ਲੰਮੇ ਸਮੇਂ ਤੱਕ ਸੇਵਾ ਕਰਦਾ ਰਿਹਾ। ਸੰਤਾਨ ਦੀ ਬੜੀ ਅਭਿਲਾਸ਼ਾ ਸੀ। ਉਹ ਕਿਸੇ ਥਾਂ ਤੋਂ ਵੀ ਪ੍ਰਾਪਤ ਨਾ ਹੋਈ। ਆਪਣੇ ਚਿੱਤ ਵਿੱਚ ਬਹੁਤ ਚਿੰਤਾ ਕਰਦਾ ਰਹਿੰਦਾ ਸੀ। ਜਦ ਗੁਰੂ ਜੀ ਦੇ ਇੱਕ ਸਿੱਖ ਨੂੰ ਮਿਲਿਆ ਤਾਂ ਉਸਨੇ ਆਪਣੇ ਹਿਰਦੇ ਦਾ ਮਨੋਰਥ ਉਸ ਨੂੰ ਦੱਸਿਆ। ਮੈਂ ਅਨੇਕਾਂ ਉਪਾਅ ਕੀਤੇ ਹਨ, ਪਰ ਮੈਨੂੰ ਕਿਸੇ ਥਾਂ ਤੋਂ ਵੀ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਜੀ ਦੇ ਸਿੱਖ ਨੇ ਸੁਣ ਕੇ ਉਪਦੇਸ਼ ਕੀਤਾ, ਮੇਰਾ ਕਿਹਾ ਚੰਗੀ ਤਰ੍ਹਾਂ ਮੰਨੋ। ਸ਼੍ਰੀ ਗੁਰੂ ਨਾਨਕ ਦੇਵ ਜੀ ਜੱਗ ਵਿੱਚ ਅਵਤਾਰ ਹੋਏ ਹਨ। ਨਿਰੰਕਾਰ ਨੇ ਆਪ ਸਰੂਪ ਧਾਰਨ ਕੀਤਾ ਸੀ। ਉਹਨਾਂ ਦੇ ਪਿੱਛੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਹੋਏ ਹਨ। ਫਿਰ ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਸਥਾਨ 'ਤੇ ਬੈਠੇ ਹਨ। ਤਿੰਨਾਂ ਪਾਤਸ਼ਾਹੀਆਂ ਤੋਂ ਬਾਅਦ ਹੁਣ ਚੌਥੇ ਗੁਰੂ ਜੀ ਵੀ ਬਹੁਤ ਚੰਗੇ ਹਨ। ਉਹਨਾਂ ਦਾ ਨਾਂ ਸਤਿਗੁਰੂ ਰਾਮਦਾਸ ਜੀ ਹੈ। ਉਹ ਸਾਰੇ ਕਾਰਜ ਪੂਰਨ ਕਰਦੇ ਹਨ। ਹੁਣ ਜਾ ਕੇ ਉਹਨਾਂ ਦੀ ਸੇਵਾ ਕਰੋ। ਤੁਹਾਡੇ ਪੁੱਤਰ ਦੀ ਕਾਮਨਾ ਉਹਨਾਂ ਪਾਸੋਂ ਅਵਸ਼ਯ ਪੂਰੀ ਹੋਏਗੀ। ਆਦਮ ਜੱਟ ਇਹ ਗੱਲ ਸੁਣ ਕੇ ਅਤੇ ਆਪਣੀ ਬਿਰਧ ਅਵਸਥਾ ਸਮਝ ਕੇ ਸੋਚਣ ਲੱਗਾ ਕਿ ਸੁੱਕੇ ਰੁੱਖ ਨੂੰ ਫਲ ਕਿਵੇਂ ਲੱਗ ਸਕਦਾ ਹੈ। ਸੰਸ਼ੇ ਵਿੱਚ ਪੈ ਕੇ ਇਸ ਤਰ੍ਹਾਂ ਵਿਚਾਰ ਕਰਨ ਲੱਗਾ। ਇਸ ਚਿੰਤਾ ਨੂੰ ਵਿਚਾਰਦਿਆਂ ਹੋਇਆਂ ਫਿਰ ਮਨ ਵਿੱਚ ਇਹ ਗੱਲ ਪੱਕੀ ਕੀਤੀ ਕਿ ਜੇ ਮੈਂ ਗੁਰੂ ਜੀ ਦੀ ਮਹਾਨ ਸੇਵਾ ਕਰਾਂਗਾ ਤਾਂ ਜੇ ਪੁੱਤਰ ਨਹੀਂ ਹੋਵੇਗਾ ਤਾਂ ਪਰਲੋਕ ਵਿੱਚ ਚੰਗੀ ਗਤੀ ਪ੍ਰਾਪਤ ਕਰ ਲਵਾਂਗਾ। ਆਪਣੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਬਣਾ ਕੇ ਆਪਣੇ ਨਾਲ ਆਪਣੀ ਪਤਨੀ ਨੂੰ ਲੈ ਕੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਚੱਲ ਪਿਆ। ਦੂਰ ਤੋਂ ਹੀ ਜਾ ਕੇ ਗੁਰੂ ਜੀ ਨੂੰ ਵੰਦਨਾ ਕੀਤੀ ਅਤੇ ਟਿਕਾਣਾ ਕਰਕੇ ਸੰਗਤ ਵਿੱਚ ਬੈਠਾ ਰਿਹਾ। ਜੰਗਲ ਵਿੱਚ ਜਾ ਕੇ ਸੁੱਕੀਆਂ ਲੱਕੜਾਂ ਦੀਆਂ 2 ਪੰਡਾਂ ਲਿਆਉਂਦਾ ਸੀ। ਇੱਕ ਪੰਡ ਤਾਂ ਆਪਣੇ ਰਹਿਣ ਵਾਲੇ ਟਿਕਾਣੇ ਰੱਖ ਲੈਂਦਾ ਸੀ ਤੇ ਇੱਕ ਪੰਡ ਜਿੱਥੇ ਗੁਰੂ ਜੀ ਦਾ ਲੰਗਰ ਚੱਲਦਾ ਸੀ ਉੱਥੇ ਦੇ ਦਿੰਦਾ ਸੀ। ਆਪਣੇ ਪਾਸੋਂ ਹੀ ਭੋਜਨ ਕਰਦਾ ਸੀ। ਇਸ ਪ੍ਰਕਾਰ ਗੁਰੂ ਜੀ ਦੀ ਕਾਰ ਕਰਦਾ ਸੀ। 6 ਮਹੀਨੇ ਉੱਥੇ ਰਹਿੰਦਿਆਂ ਬਤੀਤ ਕਰ ਦਿੱਤੇ। ਉਹ ਦਿਲ ਲਾ ਕੇ ਗੁਰੂ ਜੀ ਦੀ ਸੇਵਾ ਕਰਦਾ ਸੀ। ਇੱਕ ਸਮੇਂ ਗੁਰੂ ਜੀ ਕਿਤੇ ਬਾਹਰ ਚਲੇ ਗਏ। ਕਈ ਦਿਨ ਬੀਤਣ ਤੋਂ ਬਾਅਦ ਉਹ ਫਿਰ ਵਾਪਸ ਆ ਗਏ। ਉਸ ਸਮੇਂ ਸਰਦੀ ਦਾ ਮੌਸਮ ਸੀ ਅਤੇ ਉੱਥੇ ਬਹੁਤ ਬਾਰਿਸ਼ ਹੋਈ। ਤਦ ਗੁਰੂ ਜੀ ਦੇ ਪਾਸ ਬਹੁਤ ਸੰਗਤ ਆਈ ਹੋਈ ਸੀ। ਸਾਰੀ ਸਿੱਖ ਸੰਗਤ ਨੂੰ ਬਹੁਤ ਠੰਡ ਲੱਗ ਰਹੀ ਸੀ, ਜਿਹੜੀ ਸੰਗਤ ਗੁਰੂ ਜੀ ਦੇ ਪਾਸ ਇਕੱਠੀ ਹੋਈ ਸੀ। ਆਦਮ ਜੱਟ ਨੇ ਉਸੇ ਵੇਲੇ ਕਮਰ ਕੱਸਾ ਬੰਨ੍ਹ ਲਿਆ ਤੇ ਜਿਹੜੀਆਂ ਸੁੱਕੀਆਂ ਲੱਕੜਾਂ ਉਸਨੇ ਆਪਣੇ ਟਿਕਾਣੇ ਇਕੱਠੀਆਂ ਕੀਤੀਆਂ ਹੋਈਆਂ ਸਨ, ਜਿਹੜੀਆਂ ਇੱਕ-ਇੱਕ ਪੰਡ ਕਰਕੇ ਜਮ੍ਹਾਂ ਕੀਤੀਆਂ ਹੋਈਆਂ ਸਨ, ਉਹਨਾਂ ਨੂੰ ਚੁੱਕ ਕੇ ਉਸ ਸੰਗਤ ਨੂੰ ਦੇ ਦਿੱਤਾ। ਸਾਰਿਆਂ ਦੇ ਡੇਰਿਆਂ ਵਿੱਚ ਅੰਗੀਠੀਆਂ ਲੱਗ ਗਈਆਂ ਤੇ ਪਾਲਾ ਦੂਰ ਹੋ ਗਿਆ ਤੇ ਸਾਰੀ ਸੰਗਤ ਬਹੁਤ ਹੀ ਪ੍ਰਸੰਨ ਹੋਈ। ਉਸ ਸਮੇਂ ਗੁਰੂ ਜੀ ਨੇ ਉੱਚੇ ਥਾਂ ਖੜੇ ਹੋ ਕੇ ਸਾਰੀ ਸੰਗਤ ਵੱਲ ਵੇਖਿਆ। ਸਾਰਿਆਂ ਦੇ ਡੇਰਿਆਂ ਵਿੱਚ ਅੰਗੀਠੀਆਂ ਬਲ ਰਹੀਆਂ ਸਨ। ਸਾਰੇ ਬੜਾ ਪ੍ਰਕਾਸ਼ ਹੋ ਰਿਹਾ ਸੀ। ਗੁਰੂ ਜੀ ਨੇ ਫਿਰ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤਾ ਕਿ ਇੰਨਾ ਬਾਲਣ ਇਹਨਾਂ ਨੂੰ ਕਿੱਥੋਂ ਮਿਲ ਗਿਆ ਹੈ। ਇੱਥੇ ਤਾਂ ਨੇੜੇ ਕੋਈ ਸਥਾਨ ਨਹੀਂ ਹੈ। ਇੰਨਾ ਬਾਲਣ ਇਹਨਾਂ ਨੂੰ ਕਿਸ ਨੇ ਦਿੱਤਾ ਹੈ। ਜਦ ਸਵੇਰ ਹੋਈ ਅਤੇ ਸਭਾ ਲੱਗੀ ਤਾਂ ਸਾਰੇ ਦਰਸ਼ਨ ਕਰਨ ਵਾਸਤੇ ਆਏ। ਸ਼੍ਰੀ ਗੁਰੂ ਰਾਮਦਾਸ ਜੀ ਨੇ ਫਿਰ ਸਾਰਿਆਂ ਨੂੰ ਬਾਲਣ ਦੇ ਪ੍ਰਸੰਗ ਬਾਰੇ ਪੁੱਛਿਆ। ਸਾਰਿਆਂ ਨੇ ਕਿਹਾ, ਕੋਈ ਇੱਕ ਸਿੱਖ ਹੈ, ਉਹ ਸਾਰੇ ਡੇਰਿਆਂ ਵਿੱਚ
ਬਾਲਣ ਦਿੰਦਾ ਰਿਹਾ ਹੈ। ਇੱਕ ਰਸੋਈਆ ਗੁਰੂ ਜੀ ਦੇ ਪਾਸ ਖੜਾ ਸੀ। ਉਸ ਸਮੇਂ ਗੁਰੂ ਜੀ ਪਾਸ ਬੇਨਤੀ ਕੀਤੀ। ਲੰਗਰ ਵਿੱਚ ਸੁੱਕੀਆਂ ਲੱਕੜਾਂ ਦੀ ਇੱਕ ਵੱਡੀ ਪੰਡ ਉਹ ਲੰਮੇ ਸਮੇਂ ਤੋਂ ਦਿੰਦਾ ਆ ਰਿਹਾ ਹੈ। ਅੰਤਰਜਾਮੀ ਗੁਰੂ ਜੀ ਸਭ ਕੁਝ ਜਾਣਦੇ ਸਨ। ਉਸ ਦੇ ਕਹਿਣ ਤੇ ਭਾਈ ਆਦਮ ਦੀ ਘਾਲ ਕਮਾਈ ਨੂੰ ਪਛਾਣਿਆ ਸੁੱਖਾਂ ਦੇ ਦਾਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਫਿਰ ਸਾਰੇ ਸਿੱਖਾਂ ਵਿੱਚ ਕਿਹਾ, ਉਸ ਸਿੱਖ ਨੂੰ ਲੱਭ ਕੇ ਲਿਆਓ ਜਿਸ ਨੇ ਇੰਨੀ ਘਾਲਣਾ ਘਾਲੀ ਹੈ। ਉਸ ਦਾ ਕੀ ਮਨੋਰਥ ਹੈ ਤਾਂ ਕਿ ਕਿਸੇ ਦੇਰ ਤੋਂ ਬਗੈਰ ਪੂਰਾ ਕਰੀਏ। ਇਹ ਸੁਣ ਕੇ ਸਿੱਖ ਉਸ ਥਾਂ ਚਲੇ ਗਏ ਜਿੱਥੇ ਉਹ ਰਹਿੰਦਾ ਸੀ। ਉਸੇ ਵੇਲੇ ਉਸ ਨੂੰ ਨਾਲ ਲੈ ਕੇ ਚੱਲ ਪਏ। ਉਹ ਵੀ ਬਹੁਤ ਪ੍ਰਸੰਨ ਹੋ ਕੇ ਚੱਲ ਪਿਆ। ਗੁਰੂ ਜੀ ਪਾਸ ਜਾ ਕੇ ਉਸਨੇ ਹੱਥ ਜੋੜ ਕੇ ਵੰਦਨਾ ਕੀਤੀ ਅਤੇ ਗੁਰੂ ਜੀ ਦੇ ਸਾਹਮਣੇ ਖੜਾ ਹੋ ਗਿਆ। ਗੁਰੂ ਜੀ ਨੇ ਵੇਖ ਕੇ ਬਚਨ ਕੀਤਾ, ਤੂੰ ਆਪਣੇ ਹਿਰਦੇ ਵਿੱਚ ਕੀ ਮਨੋਰਥ ਧਾਰਨ ਕੀਤਾ ਹੈ? ਤੇਰੀ ਘਾਲ ਕਮਾਈ ਹੁਣ ਸੰਪੂਰਨ ਹੋਈ ਹੈ। ਜੋ ਕੁਝ ਵੀ ਤੂੰ ਚਾਹੁੰਦਾ ਹੈ ਉਹ ਵਰ ਮੰਗ ਲੈ। ਆਦਮ ਜੱਟ ਗੁਰੂ ਜੀ ਦਾ ਬਚਨ ਸੁਣ ਕੇ ਆਪਣੇ ਦਿਲ ਦਾ ਮਨੋਰਥ ਕਹਿ ਨਾ ਸਕਿਆ। ਆਪਣੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਬਹੁਤ ਬਿਰਧ ਹੋ ਗਿਆ ਹਾਂ, ਹੁਣ ਪੁੱਤਰ ਕਿੱਥੇ ਹੋ ਸਕਦਾ ਹੈ। ਇਸ ਕਰਕੇ ਉਹ ਵਰ ਨਹੀਂ ਮੰਗਾਂਗਾ। ਮੇਰੀ ਪਤਨੀ ਵੀ ਬਹੁਤ ਬਿਰਧ ਹੋ ਗਈ ਹੈ, ਹੁਣ ਪੁੱਤਰ ਬਾਰੇ ਗੱਲ ਕਰਨਾ ਉਚਿਤ ਨਹੀਂ ਹੈ। ਇਸ ਤਰ੍ਹਾਂ ਵਿਚਾਰ ਕੇ ਬੋਲਿਆ, ਹੇ ਗੁਰੂ ਜੀ, ਆਪਣੇ ਦਰਸ਼ਨਾਂ ਦਾ ਦਾਨ ਬਖਸ਼ੋ, ਮੈਨੂੰ ਹੋਰ ਕੋਈ ਅਭਿਲਾਸ਼ਾ ਨਹੀਂ ਹੈ। ਇਸ ਤਰ੍ਹਾਂ ਜਦ ਆਦਮ ਨੇ ਕਿਹਾ ਤਾਂ ਅੰਤਰਜਾਮੀ ਪ੍ਰਭੂ ਸੁਆਮੀ ਗੁਰੂ ਰਾਮਦਾਸ ਜੀ ਬੋਲੇ, ਆਪਣੇ ਹਿਰਦੇ ਦਾ ਮਨੋਰਥ ਕਿਉਂ ਨਹੀਂ ਲੈਂਦੇ ਹੋ? ਜਦ ਤੁਸੀਂ ਇਹ ਵੇਖਦੇ ਹੋ ਕਿ ਗੁਰੂ ਜੀ ਵਰ ਦੇਣ ਲਈ ਬਹੁਤ ਪ੍ਰਸੰਨ ਹਨ। ਫੇਰ ਸੰਕੋਚ ਕੀਤਾ ਤੇ ਉਸ ਪਾਸੋਂ ਕਿਹਾ ਨਹੀਂ ਸੀ ਜਾਂਦਾ। ਫਿਰ ਬੋਲਿਆ, ਆਪਣੇ ਦਰਸ਼ਨਾਂ ਦਾ ਦਾਨ ਦਿਓ। ਉਸ ਦੇ ਮਨ ਦੀ ਹਾਲਤ ਨੂੰ ਜਾਣ ਕੇ ਗੁਰੂ ਜੀ ਨੇ ਕਿਹਾ, ਆਪਣੇ ਸਥਾਨ ਤੇ ਚਲੇ ਜਾਓ, ਤੇਥੋਂ ਮੰਗਿਆ ਨਹੀਂ ਜਾ ਰਿਹਾ। ਫਿਰ ਸਵੇਰ ਸਾਰ ਆਓ, ਸੇਵਾ ਤੇਰੀ ਸਫਲ ਹੋਈ, ਪ੍ਰਭੂ ਤੇਰੀ ਮੂੰਹ ਮੰਗੀ ਮੁਰਾਦ ਪੂਰੀ ਕਰਨਗੇ। ਆਦਮ ਜੱਟ ਆਪਣੇ ਡੇਰੇ ਚਲਾ ਗਿਆ। ਆਪਣੇ ਚਿੱਤ ਵਿੱਚ ਬੜੀ ਚਿੰਤਾ ਲਾ ਕੇ ਬਹੁਤ ਗਹਿਰਾ ਸੋਚ ਰਿਹਾ ਸੀ। ਉਸ ਸਮੇਂ ਉਸ ਦੀ ਪਤਨੀ ਨੇ ਆ ਕੇ ਪੁੱਛਿਆ, ਗੁਰੂ ਜੀ ਤੋਂ ਵਰਦਾਨ ਲੈ ਵੀ ਆਏ ਹੋ? ਕਹਿਣ ਲੱਗਾ, ਪੁੱਤਰ ਦੀ ਅਭਿਲਾਸ਼ਾ ਬਾਰੇ ਮੇਰੇ ਪਾਸੋਂ ਗੁਰੂ ਜੀ ਪਾਸ ਕਿਹਾ ਨਹੀਂ ਜਾਂਦਾ। ਮੇਰੀ ਅਤੇ ਤੇਰੀ ਉਮਰ ਹੁਣ ਸੰਤਾਨ ਪੈਦਾ ਕਰਨ ਵਾਲੀ ਨਹੀਂ ਰਹੀ, ਬਹੁਤ ਵੱਡੀ ਹੋ ਗਈ ਹੈ। ਅਸੀਂ ਬਹੁਤ ਬੁੱਢੇ ਹੋ ਗਏ ਹਾਂ, ਪੁੱਤਰ ਕਿਵੇਂ ਪੈਦਾ ਹੋਵੇਗਾ? ਮੈਂ ਤਾਂ ਇਹੋ ਵਰ ਮੰਗਿਆ ਹੈ ਕਿ ਆਪਣੇ ਦਰਸ਼ਨਾਂ ਦਾ ਵਰ ਦਿਓ। ਚੱਲਦੇ ਸਮੇਂ ਗੁਰੂ ਜੀ ਨੇ ਫਿਰ ਮੈਨੂੰ ਕਿਹਾ ਹੈ ਕਿ ਸਵੇਰੇ ਆ ਕੇ ਜੋ ਕੁਝ ਮੰਗਣਾ ਹੈ ਮੰਗ ਲਵੋ। ਇਹ ਸੁਣ ਕੇ ਉਸ ਦੀ ਪਤਨੀ ਉਦਾਸ ਹੋ ਗਈ ਅਤੇ ਪਤੀ ਨੂੰ ਕਹਿਣ ਲੱਗੀ, ਪੂਰਨ ਗੁਰੂ ਜੀ ਪਾਸੋਂ ਪੁੱਤਰ ਦੀ ਦਾਤ ਦੀ ਬੇਨਤੀ ਕਰੋ, ਉਹ ਜ਼ਰੂਰ ਸਾਡੀ ਆਸ ਪੂਰੀ ਕਰਨਗੇ। ਉਹ ਸੁੱਕੇ ਰੁੱਖ ਨੂੰ ਹਰਾ ਕਰ ਸਕਦੇ ਹਨ, ਸੁੱਕੇ ਸਰੋਵਰ ਨੂੰ ਪਾਣੀ ਨਾਲ ਭਰ ਸਕਦੇ ਹਨ, ਸਰਬ ਸਮਰੱਥ ਹਨ, ਅਨਹੋਣੀ ਗੱਲ ਨੂੰ ਹੋਣਹਾਰ ਕਰ ਸਕਦੇ ਹਨ। ਉਹਨਾਂ ਦੇ ਮੂੰਹ ਵਿੱਚੋਂ ਨਿਕਲਿਆ ਵਾਕ ਕਦੇ ਵੀ ਖਾਲੀ ਨਹੀਂ ਜਾਂਦਾ। ਆਪਣੇ ਪਤੀ ਨੂੰ ਇਸ ਪ੍ਰਕਾਰ ਸਮਝਾਇਆ ਤੇ ਦੰਪਤੀ ਨੇ ਰਾਤ ਬਤੀਤ ਕੀਤੀ। ਜਦ ਸਵੇਰ ਹੋਈ ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਬੁਲਾਉਣ ਵਾਸਤੇ ਭੇਜਿਆ ਅਤੇ ਕਿਹਾ, ਸੇਵਾ ਦੇ ਫਲ ਵਜੋਂ ਸ਼ੁਭ ਵਰ ਲੈ ਜਾਓ। ਤਦ ਪਤੀ ਪਤਨੀ ਗੁਰੂ ਜੀ ਦੇ ਪਾਸ ਆਏ, ਬੜੇ ਪ੍ਰਸੰਨ ਹੋ ਕੇ ਵੰਦਨਾ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ, ਜੋ ਵਰ ਮੰਗਣਾ ਚਾਹੁੰਦੇ ਹੋ ਮੰਗੋ। ਹੱਥ ਜੋੜ ਕੇ ਪਤੀ ਪਤਨੀ ਨੇ ਕਿਹਾ, ਹੇ ਸਤਿਗੁਰੂ ਜੀ, ਸਾਡੀ ਇਸ ਤਰ੍ਹਾਂ ਦੀ ਅਭਿਲਾਸ਼ਾ ਹੈ ਕਿ ਆਪਣਾ ਬਚਨ ਕਰਕੇ ਸਾਡੇ ਘਰ ਪੁੱਤਰ ਦੀ ਦਾਤ ਬਖਸ਼ੋ। ਸਾਡੇ ਸਾਰੇ ਵੰਸ਼ ਦੇ ਜੀਵ ਤੁਹਾਡੇ ਸਿੱਖ ਹੋਣਗੇ। ਇਹ ਸੁਣ ਕੇ ਸਤਿਗੁਰੂ ਜੀ ਨੇ ਧਿਆਨ ਲਾਇਆ, ਵੇਖ ਰਹੇ ਸਨ ਪਰ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਕਾਫੀ ਦੇਰ ਦੇ ਬਾਅਦ ਗੁਰੂ ਜੀ ਨੇ ਕਿਹਾ, ਤੁਹਾਡੇ ਭਾਗ ਵਿੱਚ ਸੰਤਾਨ ਨਹੀਂ ਹੈ। ਇਸ ਤਰ੍ਹਾਂ ਕਹਿ ਕੇ ਨੈਣ ਫਿਰ ਬੰਦ ਕਰ ਲਏ। ਚੰਗੀ ਤਰ੍ਹਾਂ ਖੋਜ ਕੀਤੀ, ਸਭ ਤਰ੍ਹਾਂ ਨਾਲ ਵੇਖਦੇ ਰਹੇ ਕਿ ਆਦਮ ਦੇ ਭਾਗ ਵਿੱਚ ਪੁੱਤਰ ਦੀ ਦਾਤ ਨਹੀਂ ਹੈ। ਬੜੇ ਲੰਮੇ ਸਮੇਂ ਤੱਕ ਗੁਰੂ ਜੀ ਨੇ ਵਿਚਾਰ ਕੀਤੀ। ਫਿਰ ਸਿੱਖ ਨੂੰ ਇਹ ਬਚਨ ਕਹੇ,
ਅਸੀਂ ਚੰਗੀ ਤਰ੍ਹਾਂ ਖੋਜ ਕੀਤੀ ਹੈ, ਤੇਰੇ ਭਾਗਾਂ ਵਿੱਚ ਸੰਤਾਨ ਨਹੀਂ ਹੈ। ਪਰ ਤੂੰ ਗੁਰੂ ਘਰ ਦੀ ਮਹਾਨ ਸੇਵਾ ਕੀਤੀ ਹੈ, ਜਿਸ ਕਰਕੇ ਅਸੀਂ ਬਚਨ ਕੀਤਾ ਹੈ। ਸਾਡਾ ਜੋ ਆਤਮ ਸਰੂਪ ਇੱਕ ਪ੍ਰਕਾਸ਼ ਰੂਪ ਹੈ, ਉਸ ਦੀ ਕੋਈ ਰਿਜ਼ਮ ਤੇਰੇ ਘਰ ਪ੍ਰਗਟ ਹੋਏਗੀ, ਜਿਸ ਤੋਂ ਤੇਰੀ ਵੰਸ਼ ਵਧੇਗੀ। ਉਹ ਭਗਤੀ ਸਰੂਪ ਹੋਵੇਗਾ, ਇਸ ਕਰਕੇ ਚੰਗੀ ਤਰ੍ਹਾਂ ਸਮਝ ਲਓ। ਇਸ ਕਰਕੇ ਉਸ ਦਾ ਨਾਂ ਭਗਤੂ ਹੀ ਰੱਖਣਾ। ਮੇਰੇ ਆਤਮ ਸਰੂਪ ਦੀ ਰਿਜ਼ਮ ਹੋਣ ਕਰਕੇ ਉਹ ਅਨੇਕ ਦੇਸ਼ਾਂ ਦਾ ਗੁਰੂ ਹੋਵੇਗਾ। ਉਸ ਦੀ ਵੰਸ਼ ਵਿਸ਼ਾਲ ਫੈਲੇਗੀ। ਉਸ ਦਾ ਨਾਂ ਬਹੁਤ ਉੱਘਾ ਹੋਵੇਗਾ, ਜਿਸ ਨੂੰ ਸਭ ਮਨੁੱਖ ਵੇਖਣਗੇ। ਗੁਰੂ ਜੀ ਦੇ ਮੂੰਹ ਮੰਗੀ ਮੁਰਾਦ ਦੇਣ ਵਾਲੇ ਬਚਨ ਸੁਣ ਕੇ ਪਤੀ ਪਤਨੀ ਨੇ ਧਰਤੀ ਤੇ ਸਿਰ ਰੱਖ ਕੇ ਮੱਥਾ ਟੇਕਿਆ, ਆਗਿਆ ਲੈ ਕੇ ਅਤੇ ਗੁਰੂ ਜੀ ਦਾ ਵਰ ਪ੍ਰਾਪਤ ਕਰਕੇ ਜਾ ਕੇ ਆਪਣੇ ਥਾਂ ਰਹਿਣ ਲੱਗੇ। ਬਿਰਧ ਉਮਰ ਸੀ ਅਤੇ ਸਰੀਰ ਬੁਢੇਪੇ ਨੇ ਗਰਸਿਆ ਸੀ। ਪਤੀ ਪਤਨੀ ਨੇ ਆਪਣੇ ਘਰ ਵਿੱਚ ਵਾਸਾ ਕਰ ਲਿਆ। ਜਦ 1 ਸਾਲ ਦਾ ਸਮਾਂ ਬੀਤਿਆ ਤਾਂ ਉਸ ਵੱਡੇ ਭਾਗਾਂ ਵਾਲੇ ਬਾਲਕ ਨੇ ਜਨਮ ਲਿਆ। ਪਤੀ ਪਤਨੀ ਬਹੁਤ ਪ੍ਰਸੰਨ ਹੋਏ। ਉਹ ਗੁਰੂ ਜੀ ਨੂੰ ਬੜੀ ਸ਼ਰਧਾ ਧਾਰ ਕੇ ਯਾਦ ਕਰਦੇ ਸਨ। ਆਦਮ ਦੇ ਘਰ ਪੁੱਤਰ ਨੇ ਜਨਮ ਲਿਆ। ਸਾਰੇ ਸ਼ਰੀਕਾਂ ਦੇ ਵਿੱਚ ਬਹੁਤ ਖੁਸ਼ੀ ਮਨਾਈ ਗਈ। ਭਿੰਨ ਭਿੰਨ ਪ੍ਰਕਾਰ ਖੁਸ਼ੀਆਂ ਮਨਾਈਆਂ ਗਈਆਂ। ਬੜਾ ਉਤਸ਼ਾਹ ਕਰਕੇ ਸਾਰੇ ਰਿਸ਼ਤੇਦਾਰ ਫਿਰ ਮਿਲ ਕੇ ਆਏ ਤੇ ਭਾਂਤ-ਭਾਂਤ ਦੀਆਂ ਵਧਾਈਆਂ ਦਿੰਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।